ਕਿ ਮੈਂ ਤੇ ਫਿਰ ਦਿਨ ਰਾਤ ਬਰਦਾਸ਼ਤ ਕੀਤਾ ਤੇ ਤੁਸਾਂ ਕੋਲੋਂ ਇੱਕ ਸਪੀਚ ਨਹੀਂ ਬਰਦਾਸ਼ਤ ਹੁੰਦੀ। मैंने ये दसो कि किवें तुसें इतने दिन गुजार ले खान साहब दे नाल? बस जी सब्र काफ़ी ज़्यादा है माशाअल्लाह। असा ते सिलेक्ट करके फिर रिजेक्ट कर दे छोड़िया ना, असी ते बड़ी छोटी अरसे वास्ते सिलेक्ट किया ते फिर फौरी तौर पर रिजेक्ट कर दिता। तुसी ते राखी कहनी मेरे साथ तो इस वर्ल्ड कप ने ज़ाती बड़ी ज़्यादती है। मैं ते आखियां 5 साल और तुसी बर्दाश्त करें। अस्सलाम वालेकुम नाज़रीन, मैं हूं आपका मेज़बान इकरामुल्लाह जोइया। आज आपकी जिस शख्सियत के साथ मुलाकात करवाने जा रहे हैं, आप सब उन्हें बड़ी बखूबी जानते हैं। उनका तारफ़ करवाने की तो ज़रूरत नहीं है, लेकिन फिर भी मैं आपको बताया जाता हूँ कि मेरे साथ इस वक्त रियाम खान मौजूद हैं। आज इनसे ना इनकी अपनी लैंग्वेज में हम बात करेंगे, हिंदको में पश्तो अगर मैं बोल लेता तो ज़रूर आप उसके साथ पश्तो में करते, लेकिन हमारे ये है कि आप पश्तो में पंजाबी में बोल सकें या हिंदको में बोल सकें। मैं हिंदको बोल अच्छा, सारे तो पहले तो मैं तुहाडे कोल क्वेश्चन करदा, गुज़िश्ता रोज़ तुहाडे उत्ते हमला कीता गया नामालूम अफराद ਦੀ ਜਾਨਬ ਤੋਂ। ਇਹ ਦੱਸੋ ਇਹ ਨਾਮਾਲੂਮ ਅਫਰਾਦ ਹੁੰਦਾ ਕੀ ਹੈ? ਉਹ ਤੁਸੀਂ ਵੀ ਬਿਹਤਰ ਦੱਸ ਸਕਦੇ ਹੋ ਕਿਉਂਕਿ ਨਾਮਾਲੂਮ ਅਫਰਾਦ ਹੈ ਜਿਨ੍ਹਾਂ ਦਾ ਸਭ ਕੋ ਮਾਲੂਮ ਹੈ। ਅੱਛਾ ਚਲੋ ਤੁਸੀਂ ਦੱਸ ਦਿਓ, ਅਸੀਂ ਤਾਂ ਮੈਂ ਤਾਂ ਕਹਿ ਰਿਹਾ ਕਿ ਨਾਮਾਲੂਮ ਤੁਸੀਂ ਦੱਸੋ। ਅੱਛੀ ਨਹੀਂ ਰਿਆਮ ਸਾਹਿਬ ਤੁਸੀਂ ਫਿਰ ਨਾਂ ਲੈ ਲਿਓ ਕਿ ਕਿੰਨਾ ਹਮਲਾ ਕਰਾਇਆ ਤੁਹਾਡੇ ਤੇ। ਤੁਸੀਂ ਨਿਆ ਪਾਕਿਸਤਾਨ ਤੁਸਾਂ ਦਾ ਹੈ, ਅਸਾਂ ਦਾ ਤੇ ਨਹੀਂ। ਤੁਸਾਂ ਦਾ ਸੈਟਅਪ ਤੁਸਾਂ ਦਾ, ਸਿਲੈਕਟਡ ਤੁਸਾਂ ਦੇ, ਸਿਲੈਕਟਰਸ ਤੁਸਾਂ ਦੇ, ਤੁਸੀਂ ਦੱਸੋ ਇਹ ਤਾਂ ਤਾਲੀ ਕਿਹੜੇ ਨਾਮਾਲੂਮ ਅਫਰਾਦ ਹੈ? ਅਸਾਂ ਤੇ ਸਿਲੈਕਟਡ ਨਹੀਂ ਰਿਆਮ ਸਾਹਿਬ ਇਹ ਅਸਾਂ ਤੇ ਸਿਲੈਕਟ ਕਰਕੇ ਫਿਰ ਰਿਜੈਕਟ ਕਰ ਦੇ ਛੋੜਿਆ ਨਾ। ਤੁਸੀਂ ਰਿਜੈਕਟ ਕਰ ਛੋੜਿਆ। ਤੁਸੀਂ ਤੇ ਰੱਖ ਕੇ ਨਾ ਅਸੀਂ ਤੇ ਬੜੀ ਛੋਟੀ ਅਰਸੇ ਵਾਸਤੇ ਸਿਲੈਕਟ ਕੀਤਾ ਤੇ ਫਿਰ ਫੌਰੀ ਤੌਰ ਪਰ ਰਿਜੈਕਟ ਕਰ ਦਿੱਤਾ। ਤੁਸੀਂ ਤੇ ਰੱਖ ਹੀ ਕਹਿ ਤੇ ਆਵਾਮ ਵੀ ਤਾਂ ਤੰਗ ਵੀ ਆਈ ਹੋਈ, ਉਹ ਕਹਿੰਦੇ ਨੇ ਕੋਈ ਨਵਾਂ ਇਲੈਕਸ਼ਨ ਹੋਵੇ ਤੇ ਫਿਰ ਕਰੀਏ। ਤੁਹਾਨੂੰ ਕੀ ਲੱਗ ਰਿਹਾ ਇਲੈਕਸ਼ਨ ਤੋਂ ਪਹਿਲੇ ਹੀ ਜਾ ਰਹੇ ਨੇ? ਫਿਰ ਤੁਸੀਂ ਡਬਲ ਸਲੂਟ ਰਿਹਾਮ ਖਾਨ ਕੋ ਬੜਾ ਖਿਆਲ ਬੰਦਾ ਹੈ ਕਿ ਮੈਂ ਤੇ ਫਿਰ ਦਿਨ ਰਾਤ ਬਰਦਾਸ਼ਤ ਕੀਤਾ ਤੇ ਤੁਸਾਂ ਕੋਲੋਂ ਇੱਕ ਸਪੀਚ ਨਹੀਂ ਬਰਦਾਸ਼ਤ ਹੁੰਦੀ, ਉਹ ਵੀ ਐਡੀਟਡ ਸਪੀਚ। ਤੇ ਬਸ ਮੇਰੇ ਬੜੇ ਸਬਰ ਦਾ ਕੁਝ ਮੇਰਾ ਖਿਆਲ ਹੈ ਮੁਆਵਜ਼ਾ ਜਾਂ ਕੋਈ ਇਨਾਮ ਬਣਦਾ ਹੈ, ਬਹੁਤ ਵੱਡਾ ਇਨਾਮ ਬਣਦਾ ਹੈ। ਲੇਕਿਨ ਮੈਨੂੰ ਇਹ ਦੱਸੋ ਕਿ ਕਿਵੇਂ ਤੁਸੀਂ ਇਤਨੇ ਦਿਨ ਗੁਜ਼ਾਰ ਲਏ ਖਾਨ ਸਾਹਿਬ ਦੇ ਨਾਲ? ਬਸ ਜੀ ਸਬਰ ਕਾਫੀ ਜ਼ਿਆਦਾ ਹੈ ਮਾਸ਼ਾਅੱਲਾ, ਅਲਹਮਦੁਲਿल्लाह। ਦੇਖੋ ਉਹ ਸਬਰ ਤਾਂ ਆਵਾਮ ਵੀ ਕਰ ਰਹੀ ਹੈ। ਖਾਨ ਸਾਹਿਬ ਇਹ ਕਹਿੰਦੇ ਨੇ ਕਿ ਥੋੜਾ ਔਰ ਸਬਰ ਕਰੋ, ਹੌਸਲਾ ਰੱਖੋ, ਤੇ ਤੁਸੀਂ ਹੌਸਲਾ ਬੜਾ ਜਲਦੀ ਛੋੜ ਦਿੱਤਾ। ਸਰ ਫਿਰ ਮੈਂ ਘਾਟੇ ਦਾ ਸੌਦਾ ਜਿਹਦੀ ਗਲਤੀ ਕਰ ਕੇ ਨਾ ਤੇ ਫਿਰ ਮੈਂ ਰਿਟਰੈਕਟ ਵੀ ਕਰ ਲਿਆ ਸਾਂ ਨਾ। ਤੇ ਇਹ ਵੀ ਮੈਂ ਯੂਟਰਨ ਲੀਡਰ ਤੋਂ ਸਿੱਖਿਆ। ਤੇ ਮੈਂ ਫਿਰ ਗਲਤੀ ਕਰਕੇ ਤੇ ਫਿਰ ਮੈਂ ਦੁਆ ਮੰਗੀ ਤੇ ਅੱਲਾਹ ਮੀਆਂ ਸੁਣ ਬੜਾ ਯੂਟਰਨ ਆਸਾਨ ਕਰ ਦਿੱਤਾ। ਬੜਾ ਜਲਦੀ ਤੁਸੀਂ ਫੈਸਲਾ ਲੈ ਲਿਆ ਫਿਰ। ਅੱਲਾਹ ਮੀਆਂ ਦੀ ਮਿਹਰਬਾਨੀ ਹੈ, ਸਾਡੇ ਤੇ ਅੱਲਾਹ ਮੀਆਂ ਦੀ ਮਿਹਰਬਾਨੀ ਸੀ। ਅੱਛਾ, ਤੇ ਆਵਾਮ ਤੇ ਕਦੋਂ ਮਿਹਰਬਾਨੀ ਹੋ ਰਹੀ ਤੁਹਾਨੂੰ ਕੀ ਲੱਗਦਾ? ਤੁਸੀਂ ਉਤਨੀ ਨਮਾਜ਼ਾਂ ਨਹੀਂ ਪੜ੍ਹੀਆਂ ਹੋ ਨਾ। ਮੈਂ ਤੇ ਤਹੱਜਦ, ਮੈਂ ਤੇ ਹਰ ਨਮਾਜ਼ਾਂ ਵਿੱਚ ਹਰ ਦੁਆਈ ਵਿੱਚ ਮੈਂ ਅੱਲਾਹ ਮੀਆਂ ਕੋਲੋਂ ਇਹ ਮੰਗਿਆ ਕਿ ਬੜੀ ਫੈਮਿਲੀ ਤੇ ਬੜੇ ਨੇਕ ਅਮਾਲ ਦਾ ਕੋ ਸਿਲਾ ਚਾਹ ਦਿਓ ਤੇ ਬਸ ਜਿਹੜੇ ਬੜੇ ਦੁਸ਼ਮਣ ਹੈ ਉਹਨਾਂ ਦੁਸ਼ਮਣਾਂ ਕੋ ਬੜੇ ਕੋਲੋਂ ਦੂਰ ਕਰ ਦਿਓ। ਤੇ ਅੱਲਾਹ ਮੀਆਂ ਸੁਣ ਕੇ ਦੀ मुझको क्या पता सके दुश्मन ਘਰ ਅੱਜ। ਅੱਛਾ, ਮੁਝੇ ਰਿਆਮ ਨਾਲ ਇਹ ਵੀ ਮੈਨੂੰ ਦੱਸੋ ਕਿ ਤੁਹਾਡੇ ਉੱਤੇ ਜਿਹੜਾ ਹਮਲਾ ਕੀਤਾ ਗਿਆ, ਮੈਨੂੰ ਇਹ ਦੱਸੋ ਇਸਲਾਮਾਬਾਦ ਨੂੰ ਸਾਰਿਆਂ ਤੋਂ ਸੇਫ ਸਿਟੀ ਸਮਝਿਆ ਜਾਂਦਾ ਹੈ ਕਿਉਂਕਿ ਕੋਈ ਰਿਮੋਟ ਏਰੀਆ ਤਾਂ ਹੈ ਨਹੀਂ ਹੈ। ਇਸਲਾਮਾਬਾਦ ਇੱਥੇ ਲਾ ਐਂਡ ਆਰਡਰ ਹੈ, ਸੇਫ ਸਿਟੀ ਹੈ, ਔਰ ਵਜ਼ੀਰ ਦਾਖਲਾ ਵੀ ਇੱਥੇ ਬੰਦੇ ਨੇ ਤੇ ਲਾਲ ਹਵੇਲੀ ਵੀ ਬਿਲਕੁਲ ਨਜ਼ਦੀਕ ਵੀ ਹੈ। ਤੇ ਤੁਸੀਂ ਕੀ ਕਹਿੰਦੇ ਹੋ ਕਿ ਇਸਲਾਮਾਬਾਦ ਦੇ ਰਾਵਲਪਿੰਡੀ ਦੇ ਜਿਹੜੇ ਸ਼ਹਿਰੀ ਨੇ ਉਹ ਕਿ ਸਿੰਧ ਦੇ ਬੈਠੇ ਹੋਏ ਬੜੇ ਦੂਰ ਦਰਾਜ਼ ਦੇ ਲੋਕਾਂ ਦੇ ਬਰਾਬਰ ਹੀ ਹੋ ਗਏ ਨੇ? बस जी तुसां को पता है कि पहली दफ़ा तो नहीं हो रहा। पहली गल तो ये कि इस्लामाबाद पुलिस जिहदी मैं बहुत बड़ी फ़ैन हाँ। 3.5 साल पहले इस्लामाबाद पुलिस ते असां दी हाईवे पुलिस जिहड़ी है इंतहाई फर्शनास ते बड़े डिसिपलिनड निक्की जी गल उत्ते चलान होंदा सी। मोबाइल उत्ते तुसी फ़ोन ना कर सकते हो नॉर्मली। मैं वापस आई हाँ तो भुख नंग खड़मास इत्थे ते पुलिस की कोई इज्जत ही नहीं है। अजीब गल्लां लोग ये आखते हैं कि ज़रा कोई रोके तो उन्होंने को गालां कढ़ते हैं, उन्होंने को कोई इज्जत ही नहीं है। तो पुलिस इस्लामाबाद हाईवे पुलिस जी ट्रैफिक पुलिस है उन्होंने डिगनिटी उन्होंने इज्जत बिल्कुल नहीं रही। नए लोग आए पता नहीं सियासतदान के शैन पर इन्हों का जोड़ा एटीट्यूड है वो ब्यूरोक्रेसी हो या पुलिस हो सब की मतलब इज्जत ही नहीं। तो ओबवियसली केओस तो फिर बन सी। दूजा सेफ सिटी का तो तुसी सुन के 16 कैमरे इस IGP ते इस पूरे पैच इंस्टॉल्ड हैं तो एक भी काम नहीं कर दिया।
ਅਸੀਂ ਰਿਪੋਰਟ ਜਦੋਂ ਅਸਾਂ ਵੇਖੀ ਤੇ ਆਈ ਸੈਡ ਗਿਵ ਇਟ ਇਨ ਰਾਈਟਿੰਗ ਕਿ ਵਾਈ ਆਰ ਆਲ ਦ 16 ਕੈਮਰਾਸ ਨਾਟ ਵਰਕਿੰਗ ਤਾਂ ਪੁਲਿਸ ਆਖਦੀ ਹੈ ਕਿ ਅਸਾਂ ਕੋ ਪਤਾ ਹੀ ਨਹੀਂ, ਪੁਲਿਸ ਨੂੰ ਵੀ ਨਹੀਂ ਪਤਾ ਤੇ ਰਿਹਾਮ ਖਾਨ ਕੀ ਹੈ ਕਿ ਦੱਸੀ ਤੁਸਾਂ ਕੋ ਇੰਨੀ ਵੱਡੀ ਕਿਤਾਬ ਹੀ ਲਿਖੀ ਹੁਣ ਮੈਂ ਬਾਹਰੋਂ ਆਸਾਂ ਤੇ ਦੱਸਾਂ ਕਿ ਜੀ ਸੇਫ ਸਿਟੀ ਕੰਮ ਨਹੀਂ ਕਰਦੀ ਤੇ ਕਿਉਂ ਨਹੀਂ ਕੰਮ ਕਰਦੀ, ਕੋਈ ਅਜੀਬ ਬਾਤ ਨਹੀਂ ਹੈ ਕਿ 16 ਕੈਮਰੇ ਇੱਥੇ ਹੀ ਨਹੀਂ ਕੰਮ ਕਰ ਰਹੇ ਕਿਉਂਕਿ ਪਿੰਡੀ ਟੂ ਇਸਲਾਮਾਬਾਦ ਮੇਨ ਤੁਸਾਂ ਦੀ ਹਾਈਵੇ ਹੈ। ਹਾਊ ਇਜ਼ ਇਟ ਪੋਸੀਬਲ? ਇਟਸ ਨਾਟ ਓਨਲੀ ਅਬਾਊਟ ਰਿਹਾਮ ਖਾਨ ਕਿ ਜੀ ਰਿਹਾਮ ਖਾਨ ਜਿਹੜੇ ਰਿਹਾਮ ਖਾਨ ਤੇ ਉਹ ਅਟੈਕ ਕਰ ਸਕਦੇ ਹਨ ਤੇ ਬਾਕੀ ਆਮ ਸ਼ਹਿਰੀ ਜੇ ਹੈ ਉਸ ਦੀ ਤੇ ਜਾਨ ਮਾਲ ਉਸ ਦਾ ਤਾਂ ਹੈ ਹੀ ਨਹੀਂ ਨਾ। ਉਹਨਾਂ ਕੋ ਤਾਂ ਆਖਦੇ ਹੋ ਕਿ ਜੀ ਸਕੂਨ ਸਿਰਫ ਕਬਰ ਵਿੱਚ ਹੈ, ਕਬਰ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਬਰਾਂ ਹੀ ਖੋਦੀ ਦੀਆਂ ਸਾੜੀ ਸੜਕਾਂ ਦੇਖੋ ਤੁਸੀਂ ਹਾਲ ਦੇਖੋ, ਇੱਕ ਗੱਡੀ ਨਹੀਂ ਦਿਸਦੀ ਜਿਹੜੀ ਸਾਫ਼ ਹੋ। ਇਸਲਾਮਾਬਾਦ ਇਹ ਜਾਂ ਤੇ ਨਾ ਆਸਾ ਸਾਡੇ 3 ਸਾਲ ਪਹਿਲੇ ਜਿਹੜਾ ਇਸਲਾਮਾਬਾਦ ਛੋੜ ਕੇ ਗਏ ਸੀ ਹੁਣ ਇਸਲਾਮਾਬਾਦ ਆ ਕੇ ਵਾਪਸ ਵੇਖਿਆ ਕਿਵੇਂ ਲੱਗ ਰਿਹਾ? ਜਾਇਜ਼ ਗੱਲ ਕਰੋ ਨਾ, ਇਹ ਜਾਂ ਤਾਂ ਨਾ ਆਸਾ ਮਤਲਬ ਤੁਸੀਂ ਆਖਦੇ ਹੋ ਕਿ ਉਹ ਚੋਰ ਹੋ, ਡਾਕੂ ਹੋ, ਕਰਪਟ ਹੋ, ਤੇ ਤੁਸੀਂ ਕੀ ਕਰ ਰਹੇ ਹੋ? ਨਾ ਸਫਾਈ, ਨਾ ਕੋਈ ਗਾੜੀ ਦੀ ਸਫਾਈ, ਹਰ ਕੋਈ ਮੋਬਾਈਲ ਉੱਤੇ ਲੱਗਿਆ ਹੋਇਆ ਹੈ, ਸੀਟ ਬੈਲਟ ਕੋਈ ਨਹੀਂ ਪਾਉਂਦਾ ਇਸਲਾਮਾਬਾਦ ਵਿੱਚ। ਮਤਲਬ ਇਹ ਜ਼ਾਹਿਰੀ ਚੀਜ਼ਾਂ ਨਾ, ਅੰਦਰੋਂ ਤੇ ਅਸਾਂ ਕੋ ਪਤਾ ਹੈ ਸਿਸਟਮ ਖੋਖਲਾ, ਬਿਊਰੋਕ੍ਰੇਸੀ ਹੈ ਸਾਰੀ ਤੰਗ ਬੈਠੀ ਦੀ ਹੈ, ਪੁਲਿਸ ਹੈ ਸਾਰੀ ਤੰਗ ਬੈਠੀ ਦੀ ਹੈ, ਬੱਚੇ ਸਾਰੇ ਨੌਜਵਾਨ ਸਾਰੇ ਬੇਰੁਜ਼ਗਾਰ ਬੈਠੇ ਹਨ। ਸਭ ਤੋਂ ਵੱਡਾ ਇਲਾਜ ਤੁਸਾਂ ਦਾ ਮੀਡੀਆ ਵਾਲਾਂ ਦਾ ਹੋਇਆ, ਸਾਰੇ ਰੋ ਕੇ ਮੜੇ ਪਾਸ ਫੋਨਾ ਕਰਦੇ ਨੇ, ਦੱਸੋ ਜੀ ਕਦੇ ਜੁਲਸਨ ਕੁਝ ਕਰੋ। ਮੈਂ ਕਿਹਾ ਹੁਣ ਤੁਸੀਂ ਬਰਦਾਸ਼ਤ ਕਰੋ, ਹੁਣ ਮਜ਼ੇ ਕਹਿਨੋ ਤਬਦੀਲੀ ਦੇ ਤੇ ਕਦੋਂ ਤਾਈਂ ਬਰਦਾਸ਼ਤ ਕਰਨਾ ਪਵੇਗਾ? ਤੁਹਾਨੂੰ ਕੀ ਲੱਗਦਾ? ਮੈਂ ਤੇ ਆਖਦੀ ਹਾਂ 5 ਸਾਲ ਹੋਰ ਤੁਸੀਂ ਬਰਦਾਸ਼ਤ ਕਰੋ, ਜਿਹਦੀ ਪੂਰੀ ਕੌਮ ਸਿੱਧੀ ਨਾ ਹੋਏ। ਇੰਨੀ ਵੱਡੀ ਬਦਦੁਆ ਕਿਉਂ ਆਵਾਮ ਨੂੰ ਦੇ ਰਹੇ ਹੋ? ਆਵਾਮ ਤੁਹਾਡੇ ਕੋਲ ਕੋਈ ਅੱਛੀ ਗੱਲ ਸੁਣਨਾ ਚਾਹੁੰਦੇ ਨੇ, ਤੁਸੀਂ ਆਵਾਮ ਨੂੰ ਫਿਰ ਹੋਰ 5 ਸਾਲ ਦੇ ਰਹੇ ਹੋ। ਦੇਖੇ ਆਵਾਮ ਗੱਲ ਨਹੀਂ ਸੁਣਦੀ ਨਾ। ਆਵਾਮ ਪਿਆਰ ਨਾਲ ਹੌਸਲੇ ਨਾਲ ਜਲਦੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ ਇਹ ਗਲਤ ਹੈ, ਇਹ ਕੰਮ ਹੀ ਗਲਤ ਹੈ, ਤੇ ਤੁਸੀਂ ਨਾ ਮੰਨਦੇ ਹੋ। ਤੇ ਤੁਸਾਂ ਕੋ ਸ਼ੌਕ ਐਸਾ, ਤੁਸਾਂ ਕੋ ਨया ਪਾਕਿस्तान ਬਣਾਉਣੇ ਦਾ ਸ਼ੌਕ ਐਸਾ, ਮੈਂ ਆਖਦੀ ਹਾਂ ਕਿ ਬਸ ਰੱਜ ਕੇ ਤੁਸੀਂ ਮਜ਼ੇ ਕਹਿਨੋ। ਅੱਛਾ ਤੁਸੀਂ ਆਪਣਾ ਵੀ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਨਾ, ਕਿਉਂਕਿ ਆਵਾਮ ਜਿਹੜੀ ਹੈ ਖਾਨ ਸਾਹਿਬ ਨਾਲ ਜਿਹੜੀ ਮੁਹੱਬਤ ਕਰਦੀ ਹੈ, ਤੁਸੀਂ ਬੜਾ ਖਾਨ ਸਾਹਿਬ ਨਾਲ ਵਕਤ ਵੀ ਗੁਜ਼ਾਰਿਆ। ਅਬ ਵੀ ਕਰਦੀ ਹੈ, ਮੈਨੂੰ ਤਾਂ ਕੋਈ ਐਵੀਡੈਂਸ ਨਹੀਂ ਦਿਖਾਈ। ਉਹ ਥੱਲੇ ਹੁਣ ਕਮੈਂਟ ਕਰਨਾ ਲੋਕ ਸ਼ੁਰੂ ਕਰਦੇ ਸਨ, ਜਿਹੜੇ ਮੁਹੱਬਤ ਕਰਦੇ ਨੇ ਉਹ ਐਸਾ ਤੁਹਾਡੇ ਨਾਲ ਰਿਐਕਸ਼ਨ ਵੀ ਦਿੰਦੇ ਨੇ, ਆਪਣਾ ਰਿਐਕਟ ਵੀ ਕਰਦੇ ਨੇ, ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਉਹ ਮੇਰੇ ਭਰਾ ਜਿਹੜੀ ਪਰਾਈ ਬੱਚਿਆਂ ਦੀ ਫੋਟੋਆਂ ਚੋਰੀ ਕਰਕੇ ਆਪਣੇ ਡੀਪੀਆਂ ਤੇ ਲਗਾ ਕੇ ਤੇ 3 ਫਾਲੋਅਰਸ ਨਾਲ ਹੁਣ ਗਾਲਾਂ ਕੱਢਦੇ ਨੇ, ਉਹ ਵੀ ਥੱਕ ਗਏ ਨੇ। ਮੈਂ ਤੇ ਖੁਸ਼ ਹਾਂ ਕਿ ਕਿਸੇ ਦਾ ਤੇ ਘਰ ਚੱਲਦਾ ਹੈ, ਰੋਟੀ ਰੋਜ਼ੀ। ਮਤਲਬ ਅਗਰ ਮੇਰੀ ਮੁਕੋ ਗਾਲਾਂ ਕੱਢੇ ਤੁਸੀਂ ਕੱਢੋ ਤੇ ਉਸ ਦੇ ਪੈਸੇ ਮਿਲਦੇ ਹਨ, ਉਸ ਦੀ ਵਜ੍ਹਾ ਤੋਂ ਨੌਕਰੀ ਮਿਲਦੀ ਹੈ। ਕੋਈ पहले ज़माने में तो कोई 300 फॉलोअर्स मिलते थे, 30,000 फॉलोअर मिलते थे। अब 3 फॉलोअर्स 6 फॉलोअर्स नाल गाला करते बड़ा दिल खफा होता है। उन्होंने तो कोई फॉलोअर्स तो खरीद के ਦਿਓ ਨਾ ਤੁਸੀਂ, ਜ਼ਿਆਦਤੀ ਦੀ ਗੱਲ ਹੈ। ਤੇ ਹੁਣ ਮੁਹੱਬਤ ਕੁਝ ਨਹੀਂ ਹੈ, ਬਸ ਗੁਜ਼ਾਰਾ ਹੋ ਰਿਹਾ। ਅੱਛਾ ਰਿਹਾਮ, ਮੈਨੂੰ ਇਹ ਦੱਸੋ ਕਿ ਆਉਣ ਵਾਲਾ ਵਕਤ ਜਿਹੜਾ ਹੈ ਉਹ ਕਿ ਮਜ਼ੀਦ ਟਫ ਹੋਣਾ ਹੈ ਆਵਾਮ ਵਾਸਤੇ, ਜਾਂ ਕੁਝ ਬਿਹਤਰੀ ਦੀ ਉਮੀਦ ਤੁਹਾਨੂੰ ਵੀ ਹੈ? ਆਵਾਮ ਨੂੰ ਕੀ ਕਰਨਾ ਚਾਹੀਦਾ? ਕੀ ਮਸ਼ਵਰਾ ਆਵਾਮ ਨੂੰ ਦੇਸੋ? ਮਸ਼ਵਰਾ ਹੈ ਕਿ ਅਲਾਮਾ ਇਕਬਾਲ ਵੀ ਲਿਖਿਆ ਹੈ ਤੇ ਅਸਾਂ ਦੇ ਮਜ਼ਹਬ ਵਿੱਚ ਦੀਨ ਵੀ ਇਹ ਆਖਦਾ ਹੈ ਕਿ जब तक आप अपनी खुद तकदीर नहीं बदलना चाहेंगे, उतो कोई मसीहा ना आसी। आ गया ना मसीहा, वेख के दा तुसी मतलब नहीं, मतलब लास्ट होप ऑफ पाकिस्तान ते जेडी लास्ट होप, बिकॉज ये बात ही गलत है। एक बंदा तब्दीली ला ही नहीं सकता, सिस्टम सारा खराब है। असी आखते हैं कि कठपुतली है, तो कठपुतली हुकूमत, बट अपना भी तुसी चेक करो कि सारी कौम जड़ी है ना, उन्होंने दे भी वैल्यूज़ बड़े ख़राब हैं। सारी कौम ही कठपुतली बनना चाहती है, किसी विच भी वो ईमान ही नहीं है। ईमान नहीं है कि चैलेंज करें, एहतजाज करें। तुसी कभी कोई इमरान खान पीछे आस लगाए बैठे दा, कभी किसी नवे बंदे, एक बंदे नाल सिस्टम नहीं चेंज होना लग्या। असां दे एटीट्यूड सारे गलत हैं। जब तक अवाम में ये अवेयरनेस, ये क्या कहते हैं, जागेगी नहीं अवाम कि भाई पानी हमारे पास नहीं है, रोज़गार हमारे पास नहीं है, पैसे हमारे पास नहीं होते, जाके कभी एक के ऊपर फूल गुर्रा रहे होते हैं, कभी दूसरे के नारे
बुलंद कर रहे होते हैं, कभी एक ढोल पे नाच रहे होते हैं, कभी दूसरे ढोल पे नाच रहे होते हैं. तो मसला तो हम में है, माशरे में से निकलते हैं ना ये लीडर्स. तो ये अगर आप ऐसे लोगों को लीडर्स बनाएंगे, अब इमरान बेचारे ने तो अपनी फैमिली को कभी नहीं संभाला. जो अपनी फैमिली की कफालत नहीं कर सकता, जो अपनी फैमिली की, अपने बच्चों की जिम्मेदारी नहीं ले सकता, वो किसी और की जिम्मेदारी क्या लेगा? जिसने कभी खुद नौकरी नहीं की वो आपको नौकरी कैसे दे सकता है? जिसने कभी खुद ऐसा कोई काम नहीं किया जिससे उसको एक्सपीरियंस आए. और तो और जी क्रिकेट जो एक हमें उम्मीद थी कि कम से कम क्रिकेट की कोई या स्पोर्ट की कोई हालत हो जाए बेहतर, तो ये मेरा ख्याल है मसला हम नहीं बदलेंगे. एक कठपुतली के बाद दूसरा कठपुतली आएगा, इसलिए क्योंकि जिसकी नुमाइंदगी नहीं है, आपकी तरह कोई बंदा बैठा है पार्लियामेंट में, आपके जैसा कोई लड़का है पार्लियामेंट में, आपकी अम्मी के जैसी कोई खातून है, आपके वालिद साहब की तरह की कोई खातून है पार्लियामेंट में. सारी पार्टीज़ की बात कर रही हूँ. PTI को तो चले ना 100 खून माफ़ है. ਇਹ ਤੇ 100 ਹੁਣ ਉਹਨਾਂ ਨੂੰ ਕਿਵੇਂ ਮਾਫ ਅਗੇ ਫਿਰ ਪੁਰਾਣਾ ਰਿਸ਼ਤਾ ਤਾਂ ਨਹੀਂ ਜਾਗ ਗਿਆ ਤੁਹਾਡਾ? ਉਹ ਤੇ ਲਾਡਲੇ ਨਾ, ਉਹ ਤੇ ਲਾਡਲੇ ਨਾ. ਤੇ ਮੈਂ ਤੇ ਆਖਦੀ ਹਾਂ ਕਿ अच्छा ਹੋਇਆ है, सारे ਦੇ नकाब उतर गए हैं. इमरान खान को तो क्रेडिट जाता है कि अपना भी जो था रहा सा इज्जत खो दी है. बड़े अफसोस की बात है. मैं आपको सच्ची गल आखां, एक्चुअली बड़े अफसोस की गल है कि लोगों की जिहड़ी उम्मीद असी या हीरो असा ਉਹਨਾਂ ਦੀ ਬਿਲਕੁਲ ਮਤਲਬ अपनी लेगेसी बर्बाद तबाह कर दी थी ना. ही डजंट अंडरस्टैंड कि लोग तो इस तरह याद करेंगे ना. अच्छी खासी क्रिकेट में एक इज्जत थी. क्रिकेटर तो बहुत अच्छे थे बिल्कुल अच्छे. मतलब अभी भी वो जो देखें, तारीख आपको स्टेटिस्टिक्स से याद करती है. आज इमरान खान के बारे में कोई भी नहीं कह सकता कि बुरा क्रिकेटर था या ऑलराउंडर अच्छा नहीं था, क्योंकि स्टेटिस्टिकल एविडेंस है. ये और बात है कि हमें ये भी याद है कि 1992 का भी वर्ल्ड कप आपने नहीं जिता के दिया था, लेकिन चलो कोई बात नहीं, कप्तान तो थे. ठीक है, मतलब जिस तरह भी अल्लाह की तरफ से मेहरबानी हुई थी, या शायद किसी और की दुआएं होंगी उस वक्त जो बारिश होगी. बट उस वक्त आपने दुआ तो नहीं की थी? उस मैंने की थी. आपको मैं ज़ाती एक इंसिडेंट सुनाऊं. मेरी तो बड़ी सैड स्टोरी है, क्योंकि 1992 का जब वर्ल्ड कप हो रहा था तो मेरे वालिद साहब क्रिकेट के बड़े शौकीन थे, और हम बैट्समैन के ब्रायन लारा को बड़ा फॉलो करते थे, विव रिचर्ड्स को भी मैंने बड़ा, क्योंकि वालिद साहब मेरे बड़े बहुत स्पोर्ट फैनेटिक थे. तो जिस दिन वर्ल्ड कप चल रहा था उस ज़माने में आपको पता है वही हरकतें, मैं आई वॉज ए टीनेजर, तो हम दुआएं कर रहे कि किसी तरह, क्योंकि जीतने वाला कोई हाल नहीं था जो हमें याद है. आप लोगों को तो याद नहीं है, कोई जीतने का सीन नहीं था. तो मैं दुआएं कर रही हूँ. तो जो रिश्ते वाले थे वो उस दिन आन टपके. अब हमारी तरफ ये रिवाज है कि ऐसे तो पहले इतना कोई पर्दा वर्दा नहीं होता, क्योंकि मेरी तो कज़न के साथ शादी हुई थी. तो वो जब उन्होंने कहा आखिरी जो 2 ओवर चल रहे थे उसमें वो रिश्ते वाले आ गए, मुझे कमरे से निकाल दिया गया. तो जाहिर है फिर मुझे खुशी तो नहीं हुई, लेकिन चूंकि हम जीत गए तो मेरी हाँ हो गई उसने. तो मेरे लिए तो मैच भी जीत गई और हाँ भी हो गई. तो मेरी बड़ी यंग एज में शादी हो गई. मैं 18 साल की थी, 2 अप्रैल था, और मुझे याद है कि वो 2 अप्रैल को बल्कि मेरी मंगनी हुई, तो वो उससे पहले जीत गए. तो मेरे साथ तो इस वर्ल्ड कप ने ज़ाती तौर पर बड़ी ज़्यादतियाँ एक बार नहीं कई बार. तो मुझे तो ज़ाती तौर पे बड़ा भारी पड़ा ये वर्ल्ड कप. लेकिन देखिए बात ये है कि लोगों की अब वो एक रिवाज भी चल पड़ा है. एक और जो बहुत बुरा रिवाज है वो ये है कि आप कोई परफॉर्मेंस ना दें, किसी के साथ सेल्फी खिंचा लें, आप कल को बैठ जाएंगे जी, किसी के चापलूसी करके, किसी की फजूल बात पे सपोर्ट करके आप बन जाएंगे, चाहे आप अपने हलके में जाएं ना जाएं. और ये सिर्फ PTI वाले तो कर रहे हैं, जो इमरानी टोला है वो तो कर रहा है, लेकिन बाकी पार्टीज़ में मैं वो रिवाज देख रही हूँ. अब मैं देखती हूँ कि वो अपने लीडर्स के साथ चिपक के और आगे उनके स्पोक्स पर्सन बनने की कोशिश करते हैं. वो एक रिवाज चल पड़ा है. और वही गाली गलूच का मुझे सबसे ज़्यादा जो अफसोस हुआ जब मैं इस्लामाबाद, ये तो मेरे साथ तो वाक़या भी हुआ है, लेकिन इस्लामाबाद पुलिस के बारे में जो मैंने बातें सुनी हैं कि ये जो एक रिवाज है कि आप बड़ी गाड़ी में आएंगे और किसी ने आपकी गाड़ी को हाथ लगाया तो आप उतर के उसको गालियाँ निकालेंगे, उसको भरी बाज़ार में, चाहे वो पुलिस ऑफिसर है, DSP है या ट्रैफिक पुलिस है, उसको आप मुर्गा बनाएंगे, उसको मारेंगे. ये कैसे आ रहा है रिवाज? ये रिवाज आ रहा है एक ऐसे कल्चर से जहाँ के आपने एक इतना डिस्टेंस क्रिएट कर दिया है. तो फिर जो नीचे वो तबका है फिर वो भी वो बनना चाहेगा, नीली बत्ती के लिए करना चाहेगा. और ये बहुत बुरा रिवाज है.
اور کل اب میرے ساتھ ایسے ہوا ہے تو آپ یقین کریں کہ میں جب باہر جاتی ہوں تو میں پسند نہیں کرتی، کیونکہ میری زیادہ پرورش باہر ہوئی ہے، تو باہر ملکوں میں اس بات کو برا سمجھا جاتا ہے کہ بھائی اکثر بندوقیں بھی ہوں اور ڈالے بھی ہوں اور ایک جو ظاہری ایک نمائش ہے. لیکن اب پرسوں رات کا جو واقعہ ہے اس کے بعد اپنا تو میں رسک لے سکتی ہوں، لیکن جو بچے میرے ساتھ کام کر رہے ہیں میں ان کی ماؤں کو، ان کی فیملیز کو جواب دہ ہوں. پر یہ غلط بات ہے کہ ہر کوئی اپنی سیکیورٹی اپنا قلعہ بنا کے گھومے پھرے. یہاں مجھے یہ بتائیے گا کہ آپ نے کہا کہ جیسا کہ عمرانی ٹولہ تو ہو ہی گیا، اس کی بات تو ہوگی، لیکن اب دوسری پارٹیز کی اگر ہم بات کریں تو نواز شریف کیا واپس آئیں گے؟ یا دوسری جانب مجھے یہ بتائیں کہ دوسری پارٹی پیپلز پارٹی کی بات کر لیں تو اب نیکسٹ کس حکومت کی جانب آپ دیکھ رہی ہیں کہ بننے جا رہی ہے؟ کون سی پارٹی جو ہے وہ ان ہوگی؟ دیکھیں بات یہ ہے کہ پی ایم ایل این کا اس وقت ووٹ سب سے اسٹرانگ ہے، اور آپ نے دیکھا ہے کہ لوکل باڈیز کا یہ جو ابھی رزلٹ آیا ہے، یہ لوکل باڈیز کا جو رزلٹ ہے جے یو آئی ایف کو جیسے کے پی میں برتری مل گیا، میں کے پی کی جو فرسٹ راؤنڈ چلا ہے لوکل باڈیز کا، اس میں آپ کو بڑے کلیئر ایک سیٹ اپ اگلا دکھائی دے رہا ہے. تو خیبر پختونخوا اور بلوچستان میں مولانا صاحب کا ووٹ بڑا ہے، اور مولانا صاحب کی جو رول ہوگا وہ کافی کلیدی رول ہوگا، لیڈنگ رول ہوگا. پی ایم ایل این کی جو ٹریڈیشنل ایریاز تھے ان میں ان کا ووٹ بڑا ہے، اس میں کوئی دو رائے نہیں ہے. بلکہ خانے بال جیسی جگہ میں جس طریقے سے انہوں نے ٹی ایل پی کے کینڈیڈیٹ کو جتایا، یہ بھی بڑی عجیب سی بات ہے. ساتھ ہی ساتھ مجھے لگتا ہے کہ کچھ جو پی ٹی آئی کا ووٹ ہے وہ پنجاب میں پاکستان پیپلز پارٹی اور ٹی ایل پی کی طرف جائے گا. یہ میں اگلے کبھی بھی اگر الیکشنز ہوتے ہیں، اس وقت جو تشویشناک بات یہ ہے کہ جو باقی پولیٹیکل پارٹیز ہیں یہ پی ٹی آئی کے جو سپورٹر ہیں، یہ پی ٹی آئی کے لیے میں یہ کہنا چاہتی ہوں، مطلب عمرانی ٹولے کی بات نہیں کر رہی، لیکن پاکستان تحریک انصاف کے ساتھ کچھ لوگ جو مڈل کلاس اپنے کو سمجھتے ہیں، یا وہ لوگ جو کہ واقعی نہیں جانتے اوپر کیا ہو رہا ہے، ان کی بھی کچھ پولیٹیکل ایسپریشنز، امیدیں ہیں جو کہ ہونی بھی چاہیے. ان کے لیے بھی اچھا ہے کہ باقی سیاسی پارٹیز ہوں، اکیلے نہیں آپ کو، کیونکہ آپ نہیں سلیکٹ ہونے جا رہے. جو عام ایک پولیٹیکل ورکر ہے، جو عام ایک پولیٹیشین ہے، جو کہ شاید پی ایم ایل این کی جو مائنڈ سیٹ ہے یا پاکستان پیپلز پارٹی کی جو مائنڈ سیٹ ہے یا جو جے یو آئی ایف کا آئیڈیالوجی اس کے ساتھ نہیں اگری کرتا، اس کے لیے بھی اچھا ہے کہ سیاست سب کے لیے کھلے اور سیاسی پارٹیز کے جو لیڈرز ہیں ان کو اس طریقے سے ہٹایا نہ جائے راستے میں. مطلب ایک فیئر فائٹ ہونی چاہیے، کیونکہ پولیٹیکل پروسیس کے لیے ضروری ہے کہ پولیٹیکل پارٹیز ہوں. یہ جو حکومت آپ جس کو بھی کہہ رہے ہیں، اول تو یہ حکومت نہیں ہے، یہ آپ اس کو نیشنل گورنمنٹ ہی کہہ سکتے ہیں. مطلب یہ تو حکومت نہیں ہے نا. اس میں کون کابینہ میں کون ہے جو کہ پاکستان تحریک انصاف کی وہ سوچ رکھتا ہے جو شروع میں تھا. ریحام مجھے یہ بتائیے گا کہ آپ سے آخری سوال ہے کہ آپ پاکستان آئی ہیں، آپ کا ویلکم ایسے کیا گیا کہ آپ پہ جو ہے وہ حملہ کیا گیا ہے، کتنے عرصے کے لیے رہنے کے لیے آئے ہیں؟ اگلے آپ کے کیا گولز ہیں؟ دیکھیں میں تو گھر تو جب کوئی آتا ہے تو اس طرح نہیں پوچھتے اس سے، جب بہن گھر آتی ہے، ماں گھر آتی ہے، تو یہ نہیں پوچھتے کہ جی جاؤ گے کب. تو ہمیں تو ایسے نہ بیٹوں کی اور نہ بھائیوں کی عادت ہے کہ وہ پوچھے اچھا جی واپس کدوں مڑ سو. میں تو کوئی واپس مڑنے کے لیے نہیں آئی. ہاں اگر کچھ مجھے بچے یاد آ جائیں ان کو ہیلو ہائی کرنے کے لیے میں چلی جاؤں، لیکن میں کوئی واپس جانے کے لیے نہیں آئی. میں بچوں کی، حالانکہ کافی میں سن رہی ہوں کہ کچھ بلاگرز کہہ رہے ہیں کہ پر میں واقعی بچوں کی ذمہ داری اپنی نبھا کے آئی ہوں. اب میرا خیال ہے کہ ان کو بھی عادت ہونی چاہیے اکیلے رہنے کی، کیونکہ دیر آل ایڈلٹس. لیکن یہ میں واقعی بڑے صدقے دل سے اپنے گھر میں، اپنے گاؤں میں زندگی گزارنے کے لیے آئی ہوں. اور جو آپ سمجھتے ہیں کہ یہ جو مجھے ویلکم ملا ہے یہ تو بہت اچھا ہے میرے لیے، اس لیے کیونکہ مجھے نہیں پتا تھا کہ ابھی میں نے کچھ کیا بھی نہیں اور اتنی تکلیف ہے. تو اگر اتنی تکلیف ہے تو پھر ہم اور تکلیف دینے کو الحمدللہ راضی ہیں، تیار ہیں. اس کی وجہ سے تو میری ٹیم زیادہ موٹیویٹ ہو گئے ہیں. ابھی تو میں تو صرف میں نے تو میرا خیال ہے کہ گھر پہ ہی میں نے وقت گزارا ہے. میں تو اپنے بھانجے کی سمپل سی ایک نکاح سیریمنی اٹینڈ کرنے کے لیے گئی تھی. تو ملک میرا ہے الحمدللہ. ملک سے مجھے لوگوں سے بھی محبت ہے. لوگ کہتے ہیں مجھے، میں جب ادھر نکاح پہ بیٹھی ہوئی تھی تو میری ایک پرانی فرینڈ آئی ہوئی تھی امریکہ سے. انہوں نے کہا کہ کیا کر رہی ہو، نکلو اس ٹاکسک کنٹری سے، آئی ہیو کم ٹو ٹیک یو بیک. تو میں نے اسے کہا کہ میں اس لیے آئی ہوں کہ جب میں آؤں گی تو باہر سے پاکستانی واپس تو انشاءاللہ آئی ڈونٹ لائک اٹ. مجھے تکلیف ہوتی ہے جب لوگ کہتے ہیں کہ پاکستان کوئی رہنے کی جگہ ہے، ٹاکسک ہے. جیسا بھی ہے یہ جو دھول بھی ہے اسی دھول میں ہم نے مل جانا ہے.
تو وہ جیسے لکھی ہے اللہ پاک نے، یہ میں ہمارا ایمان ہے، وہ جیسے انہوں نے لکھی ہے ویسے ہی آئے گی. اگر کوئی اذیت لکھی ہے، کوئی حادثہ لکھا ہے، کوئی طبعی موت لکھی ہے، وہ انسانوں نے تو نہیں لکھی، وہ تو میرے اللہ میرے مالک نے لکھی ہے. تو وہ میں تو یہی چاہوں گی، میں نے اپنے والدین کو یہاں پہ سپرد خاک کیا ہے. میرا تو جو کچھ ہے لوگ اگر پہچانتے ہیں تو مجھے میرے سر نیم کی وجہ سے پہچانتے ہیں. میں جب گاؤں جاتی ہوں تو وہ یہ نہیں کہتے ریحام خان آئی ہے، وہ میری دادا دادی کی پہچان سے مجھ کو پہچانتے ہیں. تو میں بڑی نیک نیتی سے اور بڑی جو میں بات پبلک میں کہتی ہوں، میں وہ وہی آف ریکارڈ کہتی ہوں. آپ لوگوں کو جھوٹ اور فریب کی عادت ہے، اس لیے آپ کو میری بات پہ یقین نہیں ہوتا. تھینک یو ویری مچ ریحام، آپ نے اتنا وقت دیا، تھینک یو ویری مچ. ناظرین، آپ کو میرا ویلاگ کیسا لگا؟ ریحام کی زندگی کے چند جو یادیں ہیں وہ آپ کے ساتھ میں نے شیئر کی ہیں. ریحام نے بھی آپ کو اپنی لائف کے بارے میں بتایا. آپ کو میرا ویلاگ کیسا لگا ضرور کمنٹ میں آگاہ کیجیے گا. اللہ نے کے بعد.